ये नहीं कि 4-4 दिन का गैप हो, एक मीटिंग आज हो रही है, एक 4 दिन बेचारे फिर ठंड 'ਚ बैठे रहणगे। मतलब सोचण वाली गल है। और असी फूड सरप्लस कंट्री है। एमरजेंसीज वास्ते कोई बीमार भरा हो रहा है, कोई कुछ है, उत्ते डॉक्टर्स की टीम गवर्नमेंट वालों अपॉइंट होनी चाहिए। किसान अंदोलन दे विच जिहड़े सर साडे पंजाब दे किसान की पूरे वर्ल्ड दे जिहड़े किसान ने ਉਹ ਪਹੁੰਚੇ ਹੋਏ ਨੇ। किसान जिहड़े दिल्ली दे विच इन्नियां मुसीबतां दे नाल जूझ रहे ने। बट एक टाइम आ गया गवर्नमेंट ਨੂੰ ਦੇਖਣ ਦਾ ਕਿ ਫਾਰਮਰਸ ਦੀ ਜੋ ਨੀਡਸ ਹੈਗੀਆਂ ਔਰ ਜੋ ਉਹਨਾਂ ਦੀ ਪ੍ਰੋਬਲਮਸ ਹੈ, ਤੁਸੀਂ ਮੀਟਿੰਗ ਕੰਟੀਨਿਊ ਰੱਖੋ ਜਦ ਤੱਕ ਉਹਦਾ ਰਿਜ਼ਲਟ ਨਹੀਂ ਨਿਕਲਦਾ। बट आई फील गवर्नमेंट की भी ड्यूटी बनती है कि उत्थे डॉक्टर्स की टीम गवर्नमेंट वालों जाए, कम से कम उन्होंने प्रॉब्लम्स उन्होंने फील होना चाहिए कि गवर्नमेंट उन्होंने साइड पे ना कि उन्होंने अगेंस्ट है। मतलब किसी भी बंदे नूं किसी तरह की कोई तकलीफ नहीं दे रहे फार्मर्स। और सर ये जिहड़ा मोदी सरकार ने जिहड़ा एक खेती किसान का जिहड़ा काला कानून का जिहड़ा ये बिल पास किया और ये पोलिटिकल इशू कभी नहीं बनना चाहिए, बिकॉज ये फार्मर्स का इशू जो है ना पोलिटिकल नहीं है। एक आम आदमी का इशू है और आम आदमी के इशू वांग नहीं एड्रैस होना चाहिए। तुसी खुद बॉर्डर पर जाके उन्होंने नाल बैठ के गल करो और 4-4 5-5 दिन की लंबी डेटा पा के इन्हों थकाओ ना। ਸਤਿ ਸ਼੍ਰੀ ਅਕਾਲ ਜੀ, ਮੈਂ ਰੇਨੂ ਦੁੱਗਲ ਔਰ ਗਲੋਬਲ ਹੈਡਲਾਈਨ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਸ਼ਖਸੀਅਤ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਵਾਰ ਇੱਕ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਤੇ ਇਸ ਵਾਰ ਵੀ ਮੈਂ ਇੱਕ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਣਾ ਚਾਹੁੰਦੀ ਹਾਂ ਜੋ ਕਿ ਕਿਸੇ ਇੰਟਰੋਡਕਸ਼ਨ ਦੀ ਮੁਹਤਾਜ ਨਹੀਂ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਅਨਿਲ ਅਰੋੜਾ ਜੀ ਦੀ, ਜੋ ਕਿ ਮਾਡਲ ਟਾਊਨ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਅਨਿਲ ਜੀ ਦੇ ਨਾਲ। ਹੈਲੋ ਸਰ। फस्ट ऑफ ऑल तो आई वुड लाइक टू थैंक यू ग्लोबल हैडलाइनस न्यूज़ ਨੂੰ ਅੱਜ ਮੌਕਾ ਦੇਣ ਦਾ ਤੁਹਾਡੇ ਨਾਲ ਰੂਬਰੂ ਹੋਣ ਦਾ, ਤੇ ਪਲੱਸ ਆਈ ਹੋਪ ਕਿ ਆਈ ਵਿਲ ਬੀ ਏਬਲ ਟੂ ਆਨਸਰ ਯੂਰ ਕੁਐਸਚਨਸ। ਔਰ ਸਭ ਤੋਂ ਪਹਿਲਾਂ ਤਾਂ ਸਰ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਦੋਂ ਇਸ ਐਸੋਸੀਏਸ਼ਨ ਦੇ ਤੁਸੀਂ ਪ੍ਰੈਜ਼ੀਡੈਂਟ ਬਣੇ ਔਰ ਤੁਹਾਨੂੰ ਕਿੰਨਾ ਟਾਈਮ ਹੋ ਚੱਲਿਆ? ਮੈਂ ਪਹਿਲੇ ਵੀ ਪ੍ਰੈਜ਼ੀਡੈਂਟ ਸੀ ਫॉर 2.5 years ਅਪਰੋਕਸੀਮੇਟਲੀ, ਤੇ ਉਸ ਤੋਂ ਬਾਅਦ ਸਾਡੇ ਇਲੈਕਸ਼ਨਸ ਹੁਣੇ ਕੰਡਕਟ ਹੋਏ ਲਾਸਟ ਮੰਥ 30th ਨੂੰ, ਐਂਡ ਆਈ ਬੀਨ ਰੀਨੋਮੀਨੇਟਡ ਬਾਈ ਦੀ ਮਾਰਕੀਟ। ਤੇ ਆਈ ਵੁੱਡ ਟੇਕ ਦਿਸ ਓਪਰਚੁਨਿਟੀ ਕਿ ਸਾਰੀ ਮਾਰਕੀਟ ਨੇ ਬਹੁਤ ਪਿਆਰ ਬਹੁਤ ਸਪੋਰਟ ਕੀਤਾ ਹੈ ਫॉर ਦਿਸ ਰੀ ਇਲੈਕਸ਼ਨ, ਐਂਡ ਸੋ ਵੈਰੀ ਗ੍ਰੇਟਫੁਲ ਟੂ ਆਲ ਮਾਈ ਮੈਂਬਰਸ ਫॉर ਦ ਸਪੋਰਟ ਆਲਸੋ। ਪੂਰੀ ਮਾਰਕੀਟ ਨੇ ਬਹੁਤ ਮਿਲ ਜੁਲ ਕੇ ਮੈਨੂੰ ਪ੍ਰਮੋਟ ਕੀਤਾ ਔਰ ਸਾਰੀ ਮੇਰੀ ਟੀਮ ਨੂੰ ਰੀ ਇਲੈਕਟ ਕੀਤਾ। ਅਸੀਂ ਸਾਰੇ ਮਿਲ ਕੇ ਹੁਣ ਮਾਰਕੀਟ ਵਾਸਤੇ ਅੱਛਾ ਕੰਮ ਕਰਾਂਗੇ, ਵੀਲ ਫॉर ਦੀ ਬੈਟਰਮੈਂਟ ਆਫ ਦੀ ਮਾਰਕੀਟ। ਔਰ ਸਰ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ, ਕਿ ਅੱਜ ਦਾ ਜੋ ਖਾਸ ਮੁੱਦਾ ਚੱਲ ਰਿਹਾ, ਇੱਕ ਜਿਹੜਾ ਪ੍ਰੋਟੈਸਟ ਚੱਲ ਰਿਹਾ ਕਿਸਾਨਾਂ ਦੇ ਲਈ, ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਸਰ ਸਾਡੇ ਪੰਜਾਬ ਦੇ ਕਿਸਾਨ ਕੀ ਪੂਰੇ ਵਰਲਡ ਦੇ ਜਿਹੜੇ ਕਿਸਾਨ ਨੇ ਉਹ ਪਹੁੰਚੇ ਹੋਏ ਨੇ। ਕਿਸਾਨ ਜਿਹੜੇ ਦਿੱਲੀ ਦੇ ਵਿੱਚ ਇੰਨੀਆਂ ਮੁਸੀਬਤਾਂ ਦੇ ਨਾਲ ਜੂਝ ਰਹੇ ਨੇ, ਤੇ ਐਜ਼ ਅ ਪ੍ਰੈਜ਼ੀਡੈਂਟ ਸਰ ਤੁਹਾਡੇ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਐਜ਼ ਅ ਪ੍ਰੈਜ਼ੀਡੈਂਟ ਵੀ ਤੇ ਪਲੱਸ ਐਜ਼ ਅ ਇੰਡੀਅਨ ਸਿਟੀਜ਼ਨ ਵੀ ਅਸੀਂ ਨਾ ਬਹੁਤ ਲੱਕੀ ਹਾਂ। ਸਾਡੇ ਕਿਸਾਨ ਭਰਾਵਾਂ ਨੇ ਸਾਨੂੰ ਫੂਡ ਸਰਪਲਸ ਕੰਟਰੀ ਹੈ ਅਸੀਂ। ਮਤਲਬ ਅੱਜ ਵੀ ਈਵਨ ਕੰਟਰੀਜ਼ ਲਾਈਕ ਚਾਈਨਾ, ਉਹਨਾਂ ਕੋਲ ਫੂਡ ਦੀ ਸ਼ਾਰਟੇਜ ਹੈ, ਗ੍ਰੇਨਸ ਦੀ ਸ਼ਾਰਟੇਜ ਹੈ ਔਰ ਉਹ ਇੰਪੋਰਟ ਕਰ ਰਹੇ ਹੈ। ਔਰ ਵੇਅਰ ਐਜ਼ ਆਹ ਕੰਟਰੀ ਸਾਡੇ ਕੋਲ ਮੇਰੇ ਖਿਆਲ ਨਾਲ 1.5 ਸਾਲ ਦਾ ਬਫਰ ਗ੍ਰੇਨ ਪਿਆ ਹੈ ਔਰ ਉਹ ਪੋਸੀਬਲ ਹੋਇਆ ਬਿਕੋਜ਼ ਆਫ ਹਾਰਡ ਵਰਕ ਆਫ ਆ ਫਾਰਮਰਸ। ਮਤਲਬ ਸਾਡੇ ਜਿਹੜੇ ਫਾਰਮਰਸ ਹੈ ਉਹ ਇੰਨੇ ਮਿਹਨਤੀ ਔਰ ਇਸ ਤਰ੍ਹਾਂ, ਮਤਲਬ ਉਹਨਾਂ ਨੇ, ਤੁਸੀਂ ਇਹ ਦੇਖੋ ਕਿ 130 ਕਰੋੜ ਸਾਡੀ ਆਬਾਦੀ ਹੈ ਔਰ 130 ਕਰੋੜ ਬੰਦਿਆਂ ਨੂੰ ਖਾਣਾ ਅਨਾਜ ਦੇਣਾ, ਉਹਨੂੰ ਉਗਾਉਣਾ, ਮਤਲਬ ਸੋਚਣ ਵਾਲੀ ਗੱਲ ਹੈ। ਔਰ ਅਸੀਂ ਫੂਡ ਸਰਪਲਸ ਕੰਟਰੀ ਹਾਂ ਵਿਚ ਇਜ਼ ਫਿਨੋਮੀਨਲ। ਮਤਲਬ ਇਹ ਚੀਜ਼ ਤਾਂ ਬਹੁਤ ਰੇਅਰ ਹੈ। ਔਰ ਅੱਜ ਉਹ ਕਿਸਾਨ ਭਰਾ ਸਾਡੇ ਬੈਠੇ ਹੋਏ ਹੈ ਠੰਡ ਵਿੱਚ, ਬਾਰਿਸ਼ ਵਿੱਚ, ਔਰ ਗਿੱਲੇ ਹੋ ਰਹੇ ਹੈ, ਖਾਣਾ ਪ੍ਰੋਪਰ ਨਹੀਂ ਹੈ। ਮਤਲਬ ਉਹਨਾਂ ਨੂੰ ਮਤਲਬ ਵਰਡਸ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕਰੀਏ। ਮਤਲਬ ਇੱਕ ਆਮ ਨਾਗਰਿਕ ਦੇ ਮਤਲਬ ਯੂ ਫੀਲ ਬੈਡ ਅਬਾਊਟ ਇਟ ਕਿ ਇਹ ਉਹ ਜਿਹੜੇ ਸਾਰਾ ਦਿਨ ਸਾਡੇ ਵਾਸਤੇ ਇੰਨੀ ਮਿਹਨਤ ਕਰਦੇ ਹੈ, ਸਾਨੂੰ ਖਾਣਾ ਦੇ ਰਹੇ ਆ, ਔਰ ਅੱਜ ਉਹ ਆਪਣੇ ਹੱਕ ਦੀ ਲੜਾਈ ਲੜਨ ਵਾਸਤੇ ਪ੍ਰੋਟੈਸਟ ਕਰ ਰਹੇ ਆ। ਤੋ ਮੇਰੀ ਰਿਕੁਐਸਟ ਹੈ, ਦੇਖੋ ਗਵਰਨਮੈਂਟ ਵੀ ਸਾਡੀ ਹੈ, ਅਸੀਂ ਉਹ ਇਲੈਕਟ ਕੀਤਾ ਗਵਰਨਮੈਂਟ ਨੂੰ, ਔਰ ਉਹ ਸਾਡੇ ਐਨੀਮੀਜ਼ ਨਹੀਂ ਹੈ।
ਬਟ ਇਹ ਟਾਈਮ ਆ ਗਿਆ ਗਵਰਨਮੈਂਟ ਨੂੰ ਦੇਖਣ ਦਾ ਕਿ ਫਾਰਮਰਸ ਦੀ ਜੋ ਨੀਡਸ ਹੈਗੀਆਂ ਔਰ ਜੋ ਉਹਨਾਂ ਦੀ ਪ੍ਰੋਬਲਮਸ ਹੈ ਜਾਂ ਜੋ ਉਹਨਾਂ ਦੀ ਇਨਕੁਆਇਰੀਜ਼ ਹੈ ਉਹਨਾਂ ਨੂੰ ਐਡਰੈਸ ਕਰੇ ਔਰ ਉਹਨਾਂ ਨੂੰ ਬੈਠ ਕੇ, ਚਾਹੇ ਇਹ ਨਹੀਂ ਕਿ 4-4 ਦਿਨ ਦਾ ਗੈਪ ਹੋਏ, ਇੱਕ ਮੀਟਿੰਗ ਅੱਜ ਹੋ ਰਹੀ ਹੈ, ਇੱਕ 4 ਦਿਨ ਵਿਚਾਰੇ ਫਿਰ ਠੰਡ 'ਚ ਬੈਠੇ ਰਹਿਣਗੇ। ਤੁਸੀਂ ਮੀਟਿੰਗ ਰੋਜ਼ ਕਰ ਸਕਦੇ ਹੋ, ਤੁਸੀਂ ਮੀਟਿੰਗ ਕੰਟੀਨਿਊ ਰੱਖੋ ਜਦ ਤੱਕ ਉਹਦਾ ਰਿਜ਼ਲਟ ਨਹੀਂ ਨਿਕਲਦਾ। ਔਰ ਉਹ ਕਿਸਾਨ ਭਰਾਵਾਂ ਨੂੰ ਉੱਥੇ ਅਕੋਮੋਡੇਸ਼ਨ ਪ੍ਰੋਵਾਈਡ ਕਰੋ, ਐਮਰਜੈਂਸੀ ਉਹਨਾਂ ਦੀ ਐਮਰਜੈਂਸੀਜ਼ ਵਾਸਤੇ, ਕੋਈ ਬਿਮਾਰ ਭਰਾ ਹੋ ਰਿਹਾ, ਕੋਈ ਕੁਛ ਹੈ, ਉੱਥੇ ਡਾਕਟਰਸ ਦੀ ਟੀਮ ਗਵਰਨਮੈਂਟ ਵੱਲੋਂ ਅਪਾਇੰਟ ਹੋਣੀ ਚਾਹੀਦੀ ਹੈ, ਨਾ ਕਿ ਆਮ ਜਨਤਾ, ਮਤਲਬ ਆਮ ਜਨਤਾ ਤੇ ਜਾ ਹੀ ਰਹੀ ਹੈ, ਉਹ ਫੁੱਲ ਤਨ ਮਨ ਧਨ ਨਾਲ ਸਪੋਰਟ ਕਰ ਰਹੇ ਹੈ। ਬਟ ਆਈ ਫੀਲ ਗਵਰਨਮੈਂਟ ਦੀ ਵੀ ਡਿਊਟੀ ਬਣਦੀ ਹੈ ਕਿ ਉੱਥੇ ਡਾਕਟਰਸ ਦੀ ਟੀਮ ਗਵਰਨਮੈਂਟ ਵੱਲੋਂ ਜਾਏ ਔਰ ਉੱਥੇ ਗਵਰਨਮੈਂਟ ਆਪਣੇ ਵੱਲੋਂ ਟੈਂਟਸ ਲਗਾਏ ਔਰ ਉਹਨਾਂ ਨੂੰ ਕਮ ਸੇ ਕਮ ਉਹਨਾਂ ਦੀ ਪ੍ਰੋਬਲਮਸ ਨੂੰ ਉਹਨਾਂ ਨੂੰ ਫੀਲ ਹੋਣਾ ਚਾਹੀਦਾ ਕਿ ਗਵਰਨਮੈਂਟ ਉਹਨਾਂ ਦੀ ਸਾਈਡ 'ਤੇ ਹੈ, ਨਾ ਕਿ ਉਹਨਾਂ ਦੇ ਅਗੇਂਸਟ ਹੈ। ਇਸ ਵੇਲੇ ਇਹਨਾਂ 'ਚ ਇਹ ਫੀਲਿੰਗ ਆ ਰਹੀ ਕਿ ਗਵਰਨਮੈਂਟ ਅਗੇਂਸਟ ਹੈ, ਵਿਚ ਇਜ਼ ਰੋਂਗ। ਬਿਕੋਜ਼ ਅਸੀਂ ਇਲੈਕਟ ਕੀਤਾ, ਸਾਡੀ ਗਵਰਨਮੈਂਟ ਹੈ, ਸਾਡਾ ਝੰਡਾ ਹੈ। ਔਰ ਤੁਸੀਂ ਇਹ ਦੇਖੋ ਫਾਰਮਰਸ ਜਿਹੜੇ ਪ੍ਰੋਟੈਸਟ ਕਰ ਰਹੇ ਹੈ ਉਹ ਇੰਡੀਅਨ ਫਲੈਗ ਦੇ ਨੀਚੇ ਪ੍ਰੋਟੈਸਟ ਕਰ ਰਹੇ ਹੈ। ਇਹ ਕਿੰਨੀ ਵੱਡੀ ਗੱਲ ਹੈ। ਮਤਲਬ ਇੱਕ ਫਾਰਮਰ ਬੈਠਾ ਹੈ, ਉਹ ਫਲੈਗ ਇੰਡੀਆ ਦਾ ਸਭ ਤੋਂ ਅੱਗੇ ਇੰਡੀਅਨ ਫਲੈਗ ਹੈ, ਤੇ ਦੈਟ ਮੀਨਸ ਕਿ ਲੁੱਕ ਐਟ ਦੀ ਰਿਸਪੈਕਟ ਫਾਰਮਰਸ ਹੈਵ ਫॉर ਇੰਡੀਅਨ ਫਲੈਗ। ਇਹ ਕੋਈ ਛੋਟੀ ਗੱਲ ਨਹੀਂ ਹੈ। ਮਤਲਬ ਪ੍ਰੋਟੈਸਟ ਪਹਿਲੇ ਹੋਰ ਵੀ ਪ੍ਰੋਟੈਸਟ ਹੁੰਦੀ ਹੈ, ਪਰ ਇਹ ਪ੍ਰੋਟੈਸਟ ਅਲੱਗ ਤਰ੍ਹਾਂ ਦੀ ਹੈ। ਇਟਸ ਐਨੀ ਪੀਸਫੁਲ ਪ੍ਰੋਟੈਸਟ, ਮਤਲਬ ਕਿਸੇ ਵੀ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਦੇ ਰਹੇ ਫਾਰਮਰਸ। ਤੇ ਫਿਰ ਅਸੀਂ ਲੋਕੀ ਘਰ ਬੈਠ ਕੇ ਆਪਣਾ ਏਸੀ ਹੀਟਰ ਔਨ ਕਰਕੇ ਬੈਠੇ ਹਾਂ। ਮਤਲਬ ਵੀ ਸ਼ੁੱਡ, ਆਪਾਂ ਨੂੰ ਇਸ ਵੇਲੇ ਇਹ ਟਾਈਮ ਹੈ ਫਾਰਮਰਸ ਦੇ ਨਾਲ ਖੜੇ ਹੋਣ ਦਾ, ਉਹਨਾਂ ਦੀ ਸਪੋਰਟ ਕਰਨ ਦਾ। ਔਰ ਫਾਰਮਰਸ ਭਰਾ ਨੂੰ ਵੀ ਮੈਂ ਰਿਕੁਐਸਟ ਕਰਾਂਗਾ ਕਿ ਉਹ ਗਵਰਨਮੈਂਟ ਦੇ ਨਾਲ ਇੰਨੀ ਲੰਬੀ ਡੇਟਸ ਨਾ ਪਾਉਣ। ਯੂ ਸ਼ੁੱਡ ਕੰਟੀਨਿਊ ਟਾਕਿੰਗ। ਔਰ ਸਪੈਸ਼ਲੀ ਜਿਹੜੇ ਬਜ਼ੁਰਗ ਭਰਾ ਉੱਥੇ ਹੈਗੇ ਹੈ, ਛੋਟੇ ਬੱਚੇ ਹੈ, ਉਹਨਾਂ ਨੂੰ ਰੋਟੇਸ਼ਨ ਬੇਸਿਸ 'ਤੇ ਘਰ ਆ ਜਾਣਾ ਚਾਹੀਦਾ ਹੈ ਔਰ ਉਹਨਾਂ ਨੂੰ ਰਿਪਲੇਸ ਦੂਸਰੇ ਫਾਰਮਰਸ ਕਰਨ, ਤਾਂ ਕਿ ਕਿਸੇ ਦੀ ਹੈਲਥ ਇਸ਼ੂਜ਼ ਨਾ ਉੱਥੇ ਕ੍ਰੀਏਟ ਹੋਣ। ਕੋਵਿਡ ਦਾ ਟਾਈਮ ਹੈ, ਸਭ ਸੇਫ ਰਹਿਣ, ਸਭ ਸੁਰੱਖਿਅਤ ਰਹਿਣ। ਦੈਟਸ ਆਲ ਆਈ ਵਿਸ਼। ਔਰ ਸਰ ਇਹ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਇਹ ਖੇਤੀ ਕਿਸਾਨ ਦਾ ਜਿਹੜਾ ਕਾਲਾ ਕਾਨੂੰਨ ਦਾ ਜਿਹੜਾ ਇਹ ਬਿੱਲ ਪਾਸ ਕੀਤਾ ਹੈ, ਖੇਤੀ ਬਿੱਲ ਪਾਸ ਕੀਤਾ ਹੈ, ਤੁਹਾਡੇ ਪੁਆਇੰਟ ਆਫ ਵਿਊ ਦੇ ਨਾਲ ਸਰ ਇਹ ਕਿੱਥੇ ਤੱਕ ਜਾਇਜ਼ ਹੈ? ਦੇਖੋ ਕਾਨੂੰਨ, ਜਿੱਥੇ ਤੱਕ ਮੇਰੀ ਨੌਲੇਜ ਹੈ ਐਜ਼ ਅ ਨਾਰਮਲ ਸਿਟੀਜ਼ਨ ਜਾਂ ਐਜ਼ ਅ ਮੋਲਟਨ ਮਾਰਕੀਟ ਦੇ ਪ੍ਰੈਜ਼ੀਡੈਂਟ, ਆਈ ਜਸਟ ਫੀਲ ਕਿ ਲਾਜ਼ ਨਾ ਹਮੇਸ਼ਾ ਲੋਕਾਂ ਵਾਸਤੇ ਬਣਦੇ ਹੈ ਔਰ ਸਾਡੀ ਬੈਟਰਮੈਂਟ ਵਾਸਤੇ ਬਣਦੇ, ਨਾ ਕਿ ਕੋਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਣਦੇ ਆ। ਤੇ ਅਗਰ ਲਾਜ਼ ਦੇ ਵਿੱਚ ਕੋਈ ਕਮੀ ਹੈ ਤੇ ਦੇ ਸ਼ੁੱਡ ਬੀ ਅਮੈਂਡਡ। ਔਰ ਚਾਹੇ ਸਾਰੇ ਅਮੈਂਡ ਹੋਣ, ਚਾਹੇ ਜੋ ਵੀ ਅਮੈਂਡ ਹੋਣ, ਬਟ ਜਦ ਤੱਕ ਫਾਰਮਰਸ ਸੰਤੁਸ਼ਟ ਨਹੀਂ ਹੁੰਦੇ ਉਹਨਾਂ 'ਚ ਅਮੈਂਡਮੈਂਟਸ ਆਉਂਦੀਆਂ ਰਹਿਣੀ ਚਾਹੀਦੀਆਂ। ਜਿੱਥੇ ਆ ਕੇ ਫਾਰਮਰਸ ਕਹਿਣ ਕਿ ਹਾਂ ਨਾਓ ਵੀ ਆਰ ਹੈਪੀ ਵਿਦ ਦੀ ਲਾਜ਼, ਉਹ ਲਾਜ਼ ਹੋਣੇ ਚਾਹੀਦੇ। ਨਾਟ ਓਨਲੀ ਇਨ ਕੇਸ ਆਫ ਫਾਰਮਰਸ ਬਟ ਇਨ ਕੇਸ ਆਫ ਜਨਰਲ ਪਬਲਿਕ ਸ਼ੁੱਡ ਬੀ ਹੈਪੀ ਵਿਦ ਦੀ ਲਾਜ਼। ਲਾਜ਼ ਦਾ ਬਣਾਉਣ ਦਾ ਤਾਂ ਹੀ ਫਾਇਦਾ ਹੈ। ਔਰ ਇਹ ਗਵਰਨਮੈਂਟ ਮੇਰੇ ਹਿਸਾਬ ਨਾਲ ਬਹੁਤ ਸੈਂਸਿਟਿਵ ਗਵਰਨਮੈਂਟ ਹੈ। ਮਤਲਬ ਇੰਨਾ ਕੰਮ ਕੀਤਾ ਇਹਨਾਂ ਨੇ। ਆਈ ਹੋਪ ਇਹ ਗਵਰਨਮੈਂਟ ਫਾਰਮਰਸ ਦੇ ਕੇਸ ਦੇ ਵਿੱਚ ਵੀ ਕਿਸੇ ਓਪੋਜੀਸ਼ਨ ਪਾਰਟੀਜ਼ ਨੂੰ ਮੌਕਾ ਨਾ ਦੇਣ ਇਹਨੂੰ ਮਿਸਯੂਜ਼ ਕਰਨ ਦਾ, ਔਰ ਫਾਰਮਰਸ ਨਾਲ ਮਿਲ ਕੇ ਇਹਦਾ ਇੱਕ ਕੋਈ ਐਸਾ ਐਮੀਕੇਬਲ ਸੋਲੂਸ਼ਨ ਨਿਕਲੇ ਜਿਹਦੇ ਨਾਲ ਸਾਡੇ ਫਾਰਮਰਸ ਭਰਾਵਾਂ ਨੂੰ ਤਕਲੀਫ ਉਹਨਾਂ ਦੀ ਖਤਮ ਹੋ ਜਾਏ। ਔਰ ਇਹ ਪੋਲੀਟੀਕਲ ਇਸ਼ੂ ਕਦੀ ਨਹੀਂ ਬਣਨਾ ਚਾਹੀਦਾ, ਬਿਕੋਜ਼ ਇਹ ਫਾਰਮਰਸ ਦਾ ਇਸ਼ੂ ਜਿਹੜਾ ਨਾ ਪੋਲੀਟੀਕਲ ਨਹੀਂ ਹੈਗਾ, ਇਹ ਇੱਕ ਆਮ ਆਦਮੀ ਦਾ ਇਸ਼ੂ ਹੈਗਾ ਔਰ ਆਮ ਆਦਮੀ ਦੇ ਇਸ਼ੂ ਵਾਂਗਨ ਹੀ ਐਡਰੈਸ ਹੋਣਾ ਚਾਹੀਦਾ। ਪਰ ਸਭ ਤੋਂ ਜ਼ਰੂਰੀ ਹੈ ਸਾਡੇ ਫਾਰਮਰਸ ਭਰਾਵਾਂ ਦੀ ਜਿਹੜੀ ਉੱਥੇ ਬੈਠੇ ਹੋਏ ਹੈ, ਅੱਜ 40-50 ਦਿਨ ਹੋ ਗਏ, ਮਤਲਬ ਉਹਨਾਂ ਦੀ ਤਕਲੀਫ, ਉਹਨਾਂ ਦਾ ਇੰਨੇ ਟਾਈਮ ਇਸ ਤਰ੍ਹਾਂ ਦੀ ਠੰਡ 'ਚ ਉੱਥੇ ਬਹਿਣਾ, ਮਤਲਬ ਇਹ ਤਾਂ ਇੱਕ ਤਰ੍ਹਾਂ ਦਾ ਬਾਰਡਰ ਹੀ ਬਣ ਗਿਆ। ਮਤਲਬ ਉੱਧਰ ਜਵਾਨ ਬਾਰਡਰ 'ਤੇ ਲੱਗੇ ਤੇ ਇੱਧਰ ਕਿਸਾਨ ਭਰਾ ਸਾਡੇ ਬਾਰਡਰ 'ਤੇ ਲੱਗੇ, ਮਤਲਬ ਦੋਨੋਂ ਹੀ ਜੱਦੋ-ਜਹਿਦ ਕਰ ਰਹੇ ਹੈ। ਸੋ ਆਈ ਫੀਲ ਨਾਓ ਇਟ ਇਜ਼ ਟਾਈਮ ਫॉर द ਗਵਰਨਮੈਂਟ ਟੂ ਰਾਈਜ਼। ਚਾਹੇ PMO ਲੈਵਲ 'ਤੇ PMO ਦੇ ਆਫਿਸ 'ਚੋਂ ਆਉਣ ਟੀਮ, ਤੇ ਉੱਥੇ ਬੈਠ ਕੇ ਬਾਰਡਰ 'ਤੇ ਉਹਨਾਂ ਨਾਲ ਗੱਲ ਕੀਤੀ ਜਾਏ, ਬਜਾਏ ਉਹਦੇ ਕਿ ਉਹਨਾਂ ਨੂੰ ਹਰ ਵਾਰੀ ਆਪਣੇ ਕੋਲ ਬੁਲਾਇਆ ਜਾਏ। ਵਾਈ ਕਾਂਟ ਵੀ ਗੋ ਟੂ ਦੈਮ? ਅਸੀਂ ਵੀ ਤਾਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਉੱਥੇ ਹੀ ਧਰਨੇ 'ਤੇ ਬੈਠ ਕੇ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਕਿ ਹਾਂ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ, ਸਾਡੀ ਪ੍ਰੋਬਲਮ ਸੁਣੋ। ਸੋ ਆਈ ਫੀਲ ਅਗਰ ਇੱਕ ਵਾਰੀ ਮਤਲਬ ਟੌਪ ਲੈਵਲ ਦੀ ਆਫਿਸ ਦੀ ਕੋਈ ਟੀਮ ਜਾ ਕੇ ਉਹਨਾਂ ਦੇ ਧਰਨੇ 'ਤੇ ਬੈਠ ਕੇ ਗੱਲ ਕਰੇਗੀ ਨਾ, ਉਹਨਾਂ ਨੂੰ ਫੀਲ ਹੋਏਗਾ ਕਿ ਹਾਂ ਸਾਡੀ ਗੱਲ ਸੁਣੀ ਜਾ ਰਹੀ ਹੈ ਪ੍ਰੋਪਰ ਵੇ ਨਾਲ, ਬਜਾਏ ਇਹਦੇ ਕਿ ਮਿਨਿਸਟਰਸ ਆਪਣੇ ਕੋਲ ਬੁਲਾਉਣ ਤੇ ਉਹ ਇੱਕ ਥੋੜ੍ਹਾ ਜਿਹਾ ਮਨ ਦੀ ਉਹਨਾਂ ਦੀ ਫੀਲਿੰਗਸ ਵੀ ਚੇਂਜ ਹੋਣੀਆਂ ਸ਼ੁਰੂ ਹੋਣਗੀਆਂ। ਉਹ ਲੈਟ ਡਾਊਨ ਨਹੀਂ ਫੀਲ ਕਰਨਗੇ ਸਾਡੇ ਫਾਰਮਰਸ। ਔਰ ਬਹੁਤ ਹੀ ਅੱਛੀ ਗੱਲ ਸਰ ਨੇ ਸਾਨੂੰ ਕਹੀ, ਬਹੁਤ ਹੀ ਅੱਛਾ ਮੈਸੇਜ ਦਿੱਤਾ ਕਿ ਉਹੀ ਬਿੱਲ ਜਿਹੜੇ ਨੇ ਪਾਸ ਕੀਤੇ ਜਾਣੇ ਚਾਹੀਦੇ ਨੇ, ਉਹੀ ਕਾਨੂੰਨ, ਉਹੀ ਲਾਅ ਪਾਸ ਕੀਤਾ ਜਾਣਾ ਚਾਹੀਦਾ ਜਿਹਦੇ ਵਿੱਚ ਸਾਡੇ ਫਾਰਮਰਸ ਜਿਹੜੇ ਨੇ ਉਹ ਖੁਸ਼ਹਾਲ ਨੇ, ਸਾਡੇ ਕਿਸਾਨ ਖੁਸ਼ ਨੇ ਤੇ ਸਾਡਾ ਜਿਹੜਾ ਦੇਸ਼ ਹੈ ਉਹ ਖੁਸ਼ਹਾਲ ਰਹੇਗਾ। ਔਰ ਸਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਲਈ, ਸਪੈਸ਼ਲੀ ਸਾਡੇ ਜੋ ਕਿਸਾਨ ਭਰਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਕਿਸਾਨ ਭਰਾ ਤੇ ਮਤਲਬ ਉਹ ਤਾਂ ਹੈ ਹੀ ਸਾਡੇ ਭਰਾ, ਤੇ ਮੇਰਾ ਤੇ ਇਹੀ ਮੈਸੇਜ ਹੈ ਕਿ ਆਈ ਵਿਸ਼ ਕਿ ਇਹ ਪ੍ਰੋਬਲਮ ਜਲਦੀ ਸੋਲਵ ਹੋਏ
ਔਰ ਉਹ ਇੰਨੀ ਠੰਡ ਵਿੱਚ ਔਰ ਇਸ ਤਰ੍ਹਾਂ ਦੇ ਵੈਦਰ 'ਚ ਉਹ ਇਸ ਤਰ੍ਹਾਂ ਤਕਲੀਫ ਸਹਿ ਰਹੇ ਹੈ, ਅਸੀਂ ਸਿਵਾਏ ਉਹਨਾਂ ਨੂੰ ਸਪੋਰਟ ਤੇ ਕੁਝ ਨਹੀਂ ਦੇ ਪਾ ਰਹੇ। ਮਤਲਬ ਅਸੀਂ ਆਈ ਵਿਸ਼ ਕਿ ਅਸੀਂ ਸਾਰੇ ਭਰਾ ਆਪਣੀ ਦੁਕਾਨਾਂ ਬੰਦ ਕਰਕੇ ਉੱਥੇ ਕੋਲ ਜਾ ਕੇ ਬਹਿ ਜਾਈਏ, ਬਟ ਉਹ ਵੀ ਚੀਜ਼ ਜਿਸ ਤਰ੍ਹਾਂ ਦੇ ਹਾਲਾਤ ਹੈ, ਜਿੱਦਾਂ ਦੀ ਕੋਵਿਡ ਟਾਈਮਸ ਹੈ, ਆਈ ਐਮ ਸ਼ੋਰ ਕਿ ਉਹ ਚੀਜ਼ ਵੀ ਪੋਸੀਬਲ ਨਹੀਂ ਹੈ। ਬਟ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਸਾਡੇ ਭਰਾਵਾਂ ਦੀ ਤਕਲੀਫ ਹੁਣ ਖਤਮ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ। ਔਰ ਪ੍ਰਾਰਥਨਾ ਹੈ ਇਸ ਗਵਰਨਮੈਂਟ ਨੂੰ ਕਿ ਤੁਸੀਂ ਬਜਾਏ ਇਸ ਭਰਾਵਾਂ ਨੂੰ ਆਪਣੇ ਪੀਐਮਓ ਆਫਿਸ ਔਰ ਉੱਥੇ ਬੁਲਾ ਕੇ ਗੱਲ ਕਰਨ ਦੇ, ਤੁਸੀਂ ਖੁਦ ਬਾਰਡਰ ਤੇ ਜਾ ਕੇ ਉਹਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ ਦੇ ਧਰਨੇ ਤੇ ਪੁੰਜੇ ਬੈਠ ਕੇ ਉਹਨਾਂ ਦੀ ਗੱਲ ਸੁਣੋ ਔਰ ਉਹਨਾਂ ਦੀ ਤਕਲੀਫ ਦਾ ਹੱਲ ਕਰੋ। ਔਰ 4-4 5-5 ਦਿਨ ਦੀ ਲੰਬੀ ਡੇਟਾ ਪਾ ਕੇ ਇਹਨਾਂ ਨੂੰ ਥਕਾਓ ਨਾ, ਇਹਨਾਂ ਨੂੰ ਇਮੀਡੀਏਟ ਰੋਜ਼ ਮੀਟਿੰਗ ਹੋਣੀ ਚਾਹੀਦੀ ਹੈ ਬਿਨ ਨਾਗਾ, ਜਦ ਤੱਕ ਇਸ ਚੀਜ਼ ਦੀ ਪਰਮਾਨੈਂਟ ਸੋਲੂਸ਼ਨ ਨਹੀਂ ਨਿਕਲਦੀ। ਔਰ ਫਾਰਮਰਸ ਭਰਾਵਾਂ ਨੂੰ ਇਹ ਰਿਕੁਐਸਟ ਹੈ ਕਿ ਤੁਸੀਂ ਆਪਣੀ ਇੱਕ ਟੀਮ ਬਣਾ ਕੇ ਇਹਦੇ ਵਿੱਚ ਹਾਈਐਸਟ ਐਜੂਕੇਟਿਡ ਬੰਦਿਆਂ ਨੂੰ ਅੱਗੇ ਕਰਕੇ ਇਸ ਲਾਜ਼ ਨੂੰ ਡੀਪਲੀ ਸਟੱਡੀ ਕਰਕੇ ਗਵਰਨਮੈਂਟ ਦੇ ਨਾਲ ਮਿਲ ਜੁਲ ਕੇ ਇਹਦਾ ਹੱਲ ਲੱਭੋ, ਤਾਂ ਕਿ ਦੋਨੋਂ ਪਾਸੇ ਕਿਸੇ ਨੂੰ ਕੋਈ ਤਕਲੀਫ ਨਾ ਹੋਏ ਔਰ ਇਹ ਪ੍ਰੋਬਲਮ ਸਾਡੇ ਦੇਸ਼ ਦੀ ਜਿਹੜੀ ਜਲਦੀ ਤੋਂ ਜਲਦੀ ਸੋਲਵ ਹੋਣੀ ਚਾਹੀਦੀ ਹੈ। ਕਿਸਾਨ ਭਰਾ ਆ ਕੇ ਆਪਣੇ ਖੇਤਾਂ 'ਚ ਦੁਬਾਰਾ ਕੰਮ ਕਰਨ, ਸੇਵਾ ਕਰਨ ਦੇਸ਼ ਦੀ ਜੋ ਉਹ ਕਰ ਰਹੇ ਹੈ, ਔਰ ਦੁਬਾਰਾ ਸਾਡੇ ਅਨਾਜ ਸਾਡੇ ਘਰਾਂ ਤੱਕ ਪਹੁੰਚੇ, ਤਾਂ ਕਿ ਇਹ ਜਿਹੜੇ ਉਹਨਾਂ ਦੇ ਇੰਨੇ 70 ਸਾਲ ਦੀ ਮਿਹਨਤ ਨਾਲ ਸਾਡੀ ਕੰਟਰੀ ਜਿਹੜੀ ਹੈ ਫੂਡ ਸਰਪਲਸ ਕੰਟਰੀ ਬਣੀ ਹੈ, ਉਹ ਪਰਮਾਤਮਾ ਇੱਦਾਂ ਹੀ ਰੱਖੇ ਇਹਨਾਂ ਦੀ ਮਿਹਨਤ ਦੇ ਨਾਲ। ਪਰ ਇਹਨਾਂ ਦੀ ਤਕਲੀਫ ਔਰ ਇਹਨਾਂ ਦੇ ਦੁੱਖ ਨਾਟ ਓਨਲੀ ਗਵਰਨਮੈਂਟ, ਆਈ ਫੀਲ ਪੂਰੇ 130 ਕਰੋੜ ਦੀ ਆਬਾਦੀ ਦੀ ਡਿਊਟੀ ਹੈਗੀ ਕਿ ਇਹਨਾਂ ਨੂੰ ਸਪੋਰਟ ਕਰੀਏ ਅਸੀਂ। ਪਲੱਸ ਮੈਂ ਆਪਣੇ ਅਖੀਰ 'ਚ ਆਈ ਵੁੱਡ ਲਾਈਕ ਟੂ ਥੈਂਕ ਗਲੋਬਲ ਹੈਡਲਾਈਨ ਨਿਊਜ਼, ਇਹ ਮੈਨੂੰ ਮੌਕਾ ਪਹਿਲੀ ਵਾਰੀ ਮਿਲਿਆ ਤੇ ਆਈ ਹੋਪ ਇਨ ਫਿਊਚਰ ਆਲਸੋ ਤੁਸੀਂ ਮਾਰਕੀਟ 'ਚ ਆਉਂਦੇ ਰਹੋਗੇ ਤੇ ਸਾਨੂੰ ਸੇਵਾ ਦਾ ਮੌਕਾ ਨਾਲ ਨਾਲ ਦਿਓਗੇ, ਔਰ ਸਾਡੇ ਜੋ ਵੀ ਅਸੀਂ ਪ੍ਰਮੋਸ਼ਨਸ ਜਾਂ ਜੋ ਵੀ ਕੁਝ ਮਾਰਕੀਟ 'ਚ ਵੀ ਕਰਾਂਗੇ ਉਹਨੂੰ ਤੁਸੀਂ ਅੱਗੇ ਲੈ ਕੇ ਜਾਓਗੇ। ਬਟ ਆਈ ਵੁੱਡ ਆਲਸੋ ਰਿਕੁਐਸਟ ਆਲ ਦੀ ਵਿਊਅਰਸ ਕਿ ਫੇਸਬੁੱਕ YouTube ਤੇ ਅਵੇਲੇਬਲ ਹੈ ਸਾਡੇ ਗਲੋਬਲ ਹੈਡਲਾਈਨਸ, ਔਰ ਇਹਨੂੰ ਫੋਲੋ ਕਰੋ ਔਰ ਇਹਨੂੰ ਪ੍ਰਮੋਟ ਕਰੋ, ਕਿਉਂਕਿ ਇਹ ਬਹੁਤ ਹੀ ਮਿਹਨਤੀ ਟੀਮ ਹੈ ਗਲੋਬਲ ਹੈਡਲਾਈਨ। ਇਹਨਾਂ ਦਾ ਕੰਮ ਕਰਨ ਦਾ ਸਟਾਈਲ ਔਰ ਇਹਨਾਂ ਦਾ ਵਰਕ ਕਲਚਰ ਬਿਲਕੁਲ ਡਿਫਰੈਂਟ ਹੈ ਨੋਰਮਲ ਜਿਹੜੇ ਲੋਕਲ ਚੈਨਲਸ ਹੈਗੇ ਜਾਂ ਲੋਕਲ ਸਟੇਟ ਲੈਵਲ ਚੈਨਲਸ ਹੈਗੇ। ਸੋ ਆਈ ਫੀਲ ਤੁਸੀਂ ਇੱਕ ਵਾਰੀ ਇਹਨਾਂ ਨੂੰ ਦੇਖੋ, ਪਰਮਾਤਮਾ ਕਰੇ ਇਹਨਾਂ ਦੀ ਵਿਊਅਰਸ਼ਿਪ ਜਿਹੜੀ ਹੈ ਬਹੁਤ ਅੱਗੇ ਵਧੇ। ਪਲੱਸ ਇਹਨਾਂ ਨੇ ਇੱਕ ਲੇਟੈਸਟ ਕੋਈ ਐਪ ਲਾਂਚ ਕੀਤੀ ਹੈ ਜਿਹਦੇ ਤੇ ਬਹੁਤ ਆਫਰਸ ਹੈਗੇ ਅੱਛੀਆਂ ਗਲੋਬਲ ਹੈਡਲਾਈਨਸ ਦੀ ਐਪ ਹੈ, ਮੈਂ ਕੱਲ੍ਹ ਹੀ ਕੀਤੀ ਹੈ ਤੇ ਆਈ ਵੁੱਡ ਰਿਕੁਐਸਟ ਕਿ ਤੁਸੀਂ ਸਾਰੇ ਭਰਾ ਵੀ ਡਾਊਨਲੋਡ ਕਰੋ ਔਰ ਇਹਦਾ ਫਾਇਦਾ ਚੁੱਕੋ। ਇਹਦੇ ਤੇ ਬਹੁਤ ਡਿਫਰੈਂਟ ਤਰ੍ਹਾਂ ਦੀ ਆਫਰਸ ਅਵੇਲੇਬਲ ਹੈ ਜੀ। ਔਰ ਇਹ ਸੀ ਮਿਸਟਰ ਅਨਿਲ ਅਰੋੜਾ ਜੀ, ਜਿਨ੍ਹਾਂ ਦੇ ਨਾਲ ਅੱਜ ਅਸੀਂ ਖਾਸ ਗੱਲਬਾਤ ਕੀਤੀ ਕਿਸਾਨਾਂ ਦੇ ਹੱਕਾਂ ਦੇ ਲਈ, ਔਰ ਉਹਨਾਂ ਨੇ ਬਹੁਤ ਹੀ ਅੱਛਾ ਮੈਸੇਜ ਦਿੱਤਾ ਕਿ ਅਗਰ ਸਾਡੇ ਕਿਸਾਨ ਜਿਹੜੇ ਨੇ ਔਰ ਸਰ ਨੇ ਸਾਨੂੰ ਬਹੁਤ ਹੀ ਅੱਛਾ ਮੈਸੇਜ ਦਿੱਤਾ ਕਿ ਅਗਰ ਸਾਡੇ ਕਿਸਾਨਾਂ ਦੇ ਲਈ ਜੋ ਕਾਨੂੰਨ ਸਹੀ ਨਹੀਂ ਹੈ, ਅਗਰ ਸਾਡੇ ਕਿਸਾਨ ਖੁਸ਼ ਨਹੀਂ ਹੈ ਤੇ ਸਾਡਾ ਜਿਹੜਾ ਕੰਟਰੀ ਹੈ ਉਹ ਖੁਸ਼ਹਾਲ ਨਹੀਂ ਹੈ, ਕਿਉਂਕਿ ਸਾਰੀ ਦੁਨੀਆ ਦਾ ਪੇਟ ਭਰਨ ਵਾਲੇ ਕਿਸਾਨ ਹੀ ਅਗਰ ਮੁਸੀਬਤ 'ਚ ਹੋਣਗੇ ਤੇ ਕੰਟਰੀ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਦੀ। ਸੋ ਅਗਲੀ ਵਾਰ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ। ਤੁਸੀਂ ਬਣੇ ਰਹੋ ਗਲੋਬਲ ਹੈਡਲਾਈਨ ਨਿਊਜ਼ ਦੇ ਨਾਲ। ਸਤਿ ਸ਼੍ਰੀ ਅਕਾਲ। ਗਲੋਬਲ ਹੈਡਲਾਈਨ ਨਿਊਜ਼ ਹੈ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਦੇ ਵਿੱਚ। ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ ਗਲੋਬਲ ਹੈਡਲਾਈਨ ਦਾ ਮਕਸਦ। ਆਖਿਰ ਕਦੋਂ ਹੋਏਗੀ ਕਿਸਾਨਾਂ ਦੀ ਸੁਣਵਾਈ, ਕਦੋਂ ਸੁਣੀ ਜਾਵੇਗੀ ਕਿਸਾਨਾਂ ਦੀ ਆਵਾਜ਼? ਬਹੁਤ ਜਲਦ ਸ਼ੁਰੂ ਹੋ ਰਿਹਾ ਹੈ ਕਿਸਾਨ ਏਕਤਾ ਚੇਨ। ਜਿਹੜੇ ਬਜ਼ੁਰਗ, ਬੱਚੇ ਔਰ ਨੌਜਵਾਨ ਕੁੰਡਲੀ ਬਾਰਡਰ ਦਿੱਲੀ ਨਹੀਂ ਜਾ ਸਕਦੇ, ਹੁਣ ਉਹਨਾਂ ਦੇ ਲਈ ਉਹ ਹੁਣ ਇੱਥੇ ਰਹਿ ਕੇ ਹੀ ਆਪਣੇ ਸ਼ਹਿਰ ਦੇ ਵਿੱਚ ਕਿਸਾਨ ਏਕਤਾ ਚੇਨ ਵਿੱਚ ਹਿੱਸਾ ਲੈ ਸਕਦੇ ਨੇ ਔਰ ਮੋਦੀ ਦੇ ਖਿਲਾਫ ਅੰਦੋਲਨ ਕਰ ਸਕਦੇ ਨੇ। ਕਿਵੇਂ ਹਿੱਸਾ ਲੈਣਾ ਹੈ ਕਿਸਾਨ ਏਕਤਾ ਚੇਨ ਦੇ ਵਿੱਚ? ਆਓ ਜਾਣਦੇ ਹਾਂ ਗਲੋਬਲ ਹੈਡਲਾਈਨ ਦੇ ਐਮਡੀ ਮਿਸਟਰ ਸਿਮਰਦੀਪ ਸਿੰਘ ਕੋਲੋਂ। ਔਰ ਹੋਰ ਜਾਣਕਾਰੀ ਲਈ ਕਿਸਾਨ ਏਕਤਾ ਅੰਦੋਲਨ ਦੇ ਵਿੱਚ ਜਿਹੜੀ ਚੇਨ ਸ਼ੁਰੂ ਹੋਈ ਹੈ ਉਹਦੇ ਲਈ ਹੋਰ ਜਾਣਕਾਰੀ ਦੇ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ ਜਾਂ ਫਿਰ WhatsApp ਕਰੋ। ਔਰ ਸਾਡਾ ਗਲੋਬਲ ਹੈਡਲਾਈਨ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਸ਼ੇਅਰ ਕਰੋ। ਔਰ ਇਸ ਦੇ ਨਾਲ ਨਾਲ ਸਾਡੀ ਪਲੇ ਸਟੋਰ ਤੇ ਐਪ ਵੀ ਆ ਚੁੱਕੀ ਹੈ ਗਲੋਬਲ ਹੈਡਲਾਈਨ ਦੇ ਨਾਮ ਤੋਂ। ਪਲੀਜ਼ ਉਹਦੇ ਤੇ ਜਾ ਕੇ ਡਾਊਨਲੋਡ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ।